विरासत टैलीविजन के नाल जुड़े आप सारे ही दर्शकों का स्वागत है। मेरे वालों प्यार भरी सत श्री अकाल। आप सारिਆਂ ਨੂੰ प्रोग्राम कुछ पल किताब के नाल विच जी आए आखते हैं तो उम्मीद करता हाँ जिथे किते होवोगे परमात्मा अकाल पुरख अल्लाह ताला दे भाणे विच अपनी जिंदगी बतीत कर रहे होवोगे। दोस्तों, इस प्रोग्राम दे विच असीं खास तौर पर एक किताब तुहाडे वास्ते चुन के लियाउने आ ते उस किताब के बाबत, उस किताब के विषय वस्तु के बाबत, उस किताब के लेखक के बाबत कुछ खास जानकारी, कुछ खास इन्फॉर्मेशन तुहाडे नाल साझी की जाती है ताकि साहित्य प्रति तुहाडी दिलचस्पी पैदा हो सके और अगर दिलचस्पी है भी तो सानूं एक आइडिया मिल सके भी असीं किदां दी किताब जिहड़ी है वो पढ़नी है जां किहड़ी किताब दे विच की हैगा आ ते ताकि जे असीं उहनूं पढ़ना चाहिए तो सानूं थोड़ा जिहा उस किताब नूं खरीदण वेले किताब दी जिहड़ी चोण करनी सानूं वो सौखी रहे। सो उस तहत हर हफ्ते हर एपीसोड दे विच एक खास किताब तुहानूं रिकमेंड की जाती है, सुझाई जाती है कि ये किताब इस विधा की हैगी है तो इस किताब दे विच इस तरह दियां जिहड़ियां ने रचनावां शामिल हैगियां हैं। सो अज जिहड़ी किताब है मैं पहले दस देना चाहुंदा हां भी ये पंजाबी दे विच छपी है और इनूं नवयुग पबलिशर्स ने छापिया आ और ये जिहड़ी किताब है ये किसी पंजाबी ਸਾਹਿਤਕਾਰ वालों नहीं लिखी हुई ਜਾਂ पंजाबी साहित्य ਦੀਆਂ ਜਿਹੜੀਆਂ ਸਿਨਫਾਂ ਹੈਗੀਆਂ ਨੇ ਉਹ ਇਹਦੇ ਵਿੱਚ ਨਹੀਂ ਹੈਗੀਆਂ ਜਾਂ ਪੰਜਾਬੀ ਕਲਚਰ, ਪੰਜਾਬੀ ਸੱਭਿਆਚਾਰ ਉਹ ਇਸ ਕਿਤਾਬ ਦੇ ਵਿੱਚ ਸਾਨੂੰ ਵੇਖਣ ਨੂੰ ਨਹੀਂ ਮਿਲਦਾ। ਪਰ ਇਹ ਕਿਤਾਬ ਤਕਰੀਬਨ 200 ਸਾਲ ਦੇ ਕਰੀਬ ਪਹਿਲਾਂ ਲਿਖੀ ਗਈ ਕਿਤਾਬ ਹੈ ਔਰ ਕਿਤਾਬ ਦੇ ਲੇਖਕ ਦਾ ਨਾਮ ਹੈਗਾ ਅਲੈਗਜ਼ੈਂਡਰ ਪੁਸ਼ਕਿਨ। ਸੋ ਨਾਮ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਏਗਾ ਕਿ ਇਹ ਕਿਤਾਬ ਜਿਹੜੀ ਹੈ ਇਹਨੂੰ ਆਪਾਂ ਇੰਟਰਨੈਸ਼ਨਲ ਲਿਟਰੇਚਰ ਕਹਿ ਸਕਦੇ ਹਾਂ क्योंकि ਇਹ ਦੂਸਰੇ ਕਿਸੇ ਦੇਸ਼ ਵਿੱਚ ਲਿਖੀ ਹੋਈ ਕਿਤਾਬ ਹੈ ਜਿਹਦਾ ਪੰਜਾਬੀ ਦੇ ਵਿੱਚ ਤਰਜਮਾ ਕੀਤਾ ਹੋਇਆ ਆ ਤੇ ਪੰਜਾਬੀ ਪਾਠਕਾਂ ਦੇ ਤੱਕ ਇਸ ਕਿਤਾਬ ਨੂੰ ਪਹੁੰਚਾਇਆ ਗਿਆ ਆ। ਔਰ ਮੈਂ ਸਮਝਦਾ ਵੀ ਜਿਹੜਾ ਇਹ ਤਰਜਮੇ ਵਾਲਾ ਕੰਮ ਹੈ ਜਾਂ ਅਨੁਵਾਦ ਵਾਲਾ ਕੰਮ ਹੈ ਇਹ ਵਾਕਈ ਬਾ ਕਮਾਲ ਹੈ ਕਿਉਂਕਿ ਇਹਦੇ ਨਾਲ ਸਾਨੂੰ ਹੋਰ ਇਲਾਕਿਆਂ ਦੇ ਸੱਭਿਆਚਾਰਾਂ ਦੇ ਬਾਰੇ, ਉੱਥੋਂ ਦੇ ਰੀਤੀ ਰਿਵਾਜ਼ਾਂ ਦੇ ਬਾਰੇ ਜਾਂ ਦੇਖੋ ਜਿਵੇਂ ਮੈਂ ਜ਼ਿਕਰ ਕੀਤਾ ਵੀ 1799 ਦੇ ਵਿੱਚ ਜਨਮੇ इस ਅਲੈਗਜ਼ੈਂਡਰ ਪੁਸ਼ਕਿਨ ਦੀ ਲਿਖੀ ਹੋਈ ਕਿਤਾਬ ਜਿਹਦਾ ਦੇਹਾਂਤ 1837 ਦੇ ਵਿੱਚ ਹੋਇਆ ਸੀਗਾ। ਤਕਰੀਬਨ 38 ਕੁ ਸਾਲ ਦੀ ਉਮਰ ਦੇ ਵਿੱਚ ਹੀ ਉਹਨੇ ਉਮਦਾ ਸਾਹਿਤ ਲਿਖਿਆ ਔਰ ਉਸ ਵੇਲੇ ਦੇ ਹਾਲਾਤ ਜੋ ਅਸੀਂ ਸ਼ਾਇਦ ਕਲਪਨਾ ਵੀ ਨਹੀਂ ਕਰ ਸਕਦੇ ਵੀ ਜਦੋਂ ਇੰਨੇ ਆਵਾਜਾਈ ਦੇ ਸਾਧਨ ਨਹੀਂ ਸਨ ਜਾਂ ਇੱਕ ਦੂਜੇ ਨਾਲ ਸੰਪਰਕ ਕਰਨਾ ਇੰਨਾ ਸੌਖਾ ਨਹੀਂ ਸੀਗਾ ਔਰ ਉਹਨਾਂ ਕਹਾਣੀਆਂ ਦੇ ਵਿੱਚ, ਉਹਨਾਂ ਘਟਨਾਵਾਂ ਦੇ ਵਿੱਚ ਕਿੰਨੀ ਸਾਦਗੀ ਹੁੰਦੀ ਸੀ ਕਿ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ दूसरे व्यक्ति के बारे ਜਾਂ ਸਾਡਾ ਕੋਈ ਆਪਣਾ ਵੀ ਹੋਵੇ ਜਿਹਨੂੰ ਅਸੀਂ ਚਾਹੁੰਦੇ ਆ ਉਹ ਕਿਸ ਹਾਲਾਤ ਵਿੱਚ ਹੈ ਤੇ ਕਿਵੇਂ ਉਹ ਜਿਉਂ ਰਿਹਾ ਆ, ਉਹ ਜਿਉਂਦਾ ਆ ਜਾਂ ਮਰ ਗਿਆ ਆ। ਸਾਡੇ ਕੋਲ ਉਹ ਸੰਪਰਕ ਸਾਧਨ ਇੰਨੇ ਵਸੀਲੇ ਜਿਹੜੇ ਨੇ ਉਹ ਇੰਨੇ ਸੌਖੇ ਨਹੀਂ ਸੀ ਹੁੰਦੇ ਤੇ ਉਦੋਂ ਹੈਰਾਨ ਹੋ ਜਾਈਦਾ ਬਈ ਅੱਜ ਇੰਨੇ ਵਸੀਲੇ ਹੋਣ ਦੇ ਬਾਵਜੂਦ ਵੀ ਅਸੀਂ ਆਪਣਿਆਂ ਤੋਂ ਦੂਰ ਹੋਈ ਬੈਠੇ ਆ। ਅਸੀਂ ਆਪਣਿਆਂ ਨੂੰ ਮਿਲਣ ਵਾਸਤੇ ਨਹੀਂ ਜਾਂਦੇ, ਉੱਥੇ ਦਿਲ ਖੋਲ ਕੇ ਗੱਲਾਂ ਬਾਤਾਂ ਨਹੀਂ ਕਰਦੇ, ਬਸ ਆ 4-5 ਇੰਚ ਦੇ ਇੱਕ ਮੋਬਾਈਲ ਦੇ ਵਿੱਚ ਹੀ ਸਾਰਾ ਦਿਨ ਅਸੀਂ ਬਤੀਤ ਕਰ ਦਿੰਦੇ ਹਾਂ, ਭਾਵੇਂ ਉਹ ਕੰਮਾਂ ਕਾਰਾਂ ਦੇ ਨਾਲ ਸੰਬੰਧਿਤ ਵੀ ਹੋਵੇ ਪਰ ਕਿਤੇ ਨਾ ਕਿਤੇ ਅਸੀਂ ਆਪਣੇ ਤੋਂ ਦੂਰ ਤਾਂ ਹੋਏ ਨਾ। ਖੈਰ, ਕਿਤਾਬ ਦੀ ਗੱਲ ਕਰਦਾ ਜਿਵੇਂ ਮੈਂ ਦੱਸਿਆ ਵੀ ਅਲੈਗਜ਼ੈਂਡਰ ਪੁਸ਼ਕਿਨ ਦੀ ਲਿਖੀ ਹੋਈ ਕਿਤਾਬ ਹੈ ਔਰ ਅਲੈਗਜ਼ੈਂਡਰ ਪੁਸ਼ਕਿਨ ਦਾ ਜਦੋਂ ਜ਼ਿਕਰ ਆਉਂਦਾ ਹੈ ਤੇ ਇਹ ਅਸੀਂ ਰੂਸ ਦੇਸ਼ ਵਿੱਚ ਪਹੁੰਚ ਜਾਂਦੇ ਹਾਂ ਕਿਉਂਕਿ ਇਹ ਰੂਸ ਦਾ ਇੱਕ ਮਹਾਨ ਲੇਖਕ ਹੋਇਆ ਹੈ। 38 ਸਾਲ ਦੀ ਉਮਰ ਦੇ ਵਿੱਚ ਹੀ ਉਹਨੇ ਉਮਦਾ ਸਾਹਿਤ ਜਿਹੜਾ ਸਿਰਜਿਆ, ਉਹਦੀ ਰਚਨਾ ਕੀਤੀ ਔਰ ਇਹਨੂੰ ਰੋਮਾਂਟਿਕ ਕਵੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਆ, ਆਧੁਨਿਕ ਸਾਹਿਤ ਦੇ ਮੋਢੀ ਦੇ ਰੂਪ ਦੇ ਵਿੱਚ ਵੀ ਜਾਣਿਆ ਜਾਂਦਾ ਆ, ਨਾਵਲਕਾਰ, ਨਾਟਕਕਾਰ, ਕਵੀ ਤੇ ਕਹਾਣੀਕਾਰ ਦੇ ਤੌਰ ਤੇ ਵੀ ਇਹ ਜਾਣਿਆ ਜਾਂਦਾ ਹੈ। ਜਿਹੜੀ ਅੱਜ ਕਿਤਾਬ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਇਹ ਕਹਾਣੀਆਂ ਦੀ ਕਿਤਾਬ ਹੈ ਔਰ ਇਹ ਕਿਤਾਬ ਦਾ ਨਾਮ ਜਿਹੜਾ ਆ ਕਿਉਂਕਿ ਇੱਥੇ ਟਰਾਂਸਲੇਟ ਹੋਈ ਹੈ ਪੰਜਾਬੀ ਦੇ ਵਿੱਚ ਔਰ ਨਵਯੁਗ ਵਾਲੇ ਨੇ ਇਹਨੂੰ ਪ੍ਰਕਾਸ਼ਿਤ ਕੀਤਾ ਆ। ਤਕਰੀਬਨ 103 ਕੁ ਇਹਦੇ ਕੁੱਲ ਪੰਨੇ ਹੈਗੇ ਆ ਔਰ ਇਹਦੇ ਵਿੱਚ ਕੁੱਲ 5 ਕਹਾਣੀਆਂ ਹੈਗੀਆਂ ਤੇ ਕਿਤਾਬ ਦਾ ਨਾਂ ਉਹਨਾਂ ਨੇ ਇਹੀ ਰੱਖਿਆ ਆ ਕਿ ਪੁਸ਼ਕਿਨ ਦੀਆਂ ਕਹਾਣੀਆਂ। ਕੋਈ ਸਪੈਸ਼ਲ ਕਹਾਣੀ ਵਿੱਚੋਂ ਜਾਂ ਕਹਾਣੀ ਦੇ ਵਿੱਚੋਂ ਕੋਈ ਸਿਰਲੇਖ ਨਹੀਂ ਦਿੱਤਾ ਬਲਕਿ ਪੁਸ਼ਕਿਨ ਦੀਆਂ ਕਹਾਣੀਆਂ। ਇਹਦਾ ਮਤਲਬ ਇਹ ਵੀ ਹੈਗਾ ਵੀ ਉਹਨਾਂ ਨੇ ਕੇਵਲ ਇਸ ਕਿਤਾਬ ਦੇ ਵਿੱਚ 5 ਕਹਾਣੀਆਂ ਸ਼ਾਮਿਲ ਕੀਤੀਆਂ ਤਾਂ ਕਿ ਜਿਹੜਾ ਸਾਈਜ਼ ਵੱਡਾ ਨਾ ਹੋਵੇ ਇਸ ਕਿਤਾਬ ਦਾ। ਔਰ ਇਸ ਕਿਤਾਬ ਦੇ ਵਿੱਚ ਕੋਈ ਸਮਰਪਣ ਪੇਜ ਨਹੀਂ ਹੈਗਾ, ਕੋਈ ਭੂਮਿਕਾ ਨਹੀਂ ਹੈਗੀ, ਕੋਈ ਮੁਖਬੰਧ ਨਹੀਂ ਹੈਗਾ, ਕੋਈ ਪ੍ਰੀਫੇਸ ਨਹੀਂ ਹੈਗਾ ਔਰ ਕੇਵਲ ਇਹ ਕਿਤਾਬ ਜਿਹੜੀ ਹੈ ਉਹ ਸਾਨੂੰ ਤਕਰੀਬਨ ਜਿਹੜੇ ਕੁਝ ਸਮਾਂ ਪਹਿਲਾਂ ਇੱਕ ਪੋਕਟ ਸਾਈਜ਼ ਮਸ਼ਹੂਰ ਹੁੰਦਾ ਸੀ ਕਿਤਾਬਾਂ ਦਾ
ਔਰ ਉਹ ਪੋਕਟ ਸਾਈਜ਼ ਦੀ ਇੱਕ ਕਿਤਾਬ ਹੈਗੀ ਆ, ਇੱਕ ਛੋਟੇ ਸਾਈਜ਼ ਦੀ ਕਿਤਾਬ ਹੈਗੀ ਆ ਤੇ ਔਰ ਜ਼ਿਆਦਾ ਮੋਟੀ ਵੀ ਨਹੀਂ ਆ। ਜਿਵੇਂ ਮੈਂ ਦੱਸਿਆ ਵੀ 103 ਕੁ ਇਹਦੇ ਸਫ਼ੇ ਆ ਤੇ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ। ਔਰ ਪੋਕਟ ਸਾਈਜ਼ ਹੈਗੀ ਆ ਔਰ 5 ਕਹਾਣੀਆਂ ਆ। ਸਾਲ 2016 ਦੇ ਵਿੱਚ ਇਹਦਾ ਪੰਜਾਬੀ ਅਨੁਵਾਦ ਛਾਪਿਆ ਗਿਆ ਸੀਗਾ ਨਵਯੁਗ ਪਬਲਿਸ਼ਰਸ ਵੱਲੋਂ ਦਿੱਲੀ ਤੋਂ। 5 ਕਹਾਣੀਆਂ ਜਿਹਦੇ ਵਿੱਚ ਨਿਸ਼ਾਨਾ, ਬਰਫ਼ ਦਾ ਤੂਫਾਨ, ਮੁਰਦਿਆਂ ਦਾ ਠੇਕੇਦਾਰ, ਬਾਂਕੀ ਬੀਬੀ ਤੇ ਸਟੇਸ਼ਨ ਮਾਸਟਰ। ਇਹਦੇ ਵਿੱਚੋਂ ਬਰਫ਼ ਦਾ ਤੂਫਾਨ ਤੇ ਬਾਂਕੀ ਬੀਬੀ ਥੋੜ੍ਹੀ ਰੋਮਾਂਟਿਕ ਕਹਾਣੀਆਂ ਨੇ ਔਰ ਬੜੀ ਖੂਬਸੂਰਤੀ ਦੇ ਨਾਲ ਉਹਨਾਂ ਦੀ ਅਦਾਇਗੀ ਕੀਤੀ ਗਈ ਹੈ। ਨਿਸ਼ਾਨਾ ਇੱਕ ਵੱਖਰੀ ਹੀ ਕਿਸਮ ਦੀ ਕਹਾਣੀ ਆ ਔਰ ਬਰਫ਼ ਦਾ ਤੂਫਾਨ ਮੈਂ ਦੱਸਿਆ ਵੀ ਹਲਕਾ ਜਿਹਾ ਰੋਮਾਂਸ ਹੈਗਾ ਪਰ ਟ੍ਰੈਜਡੀ ਹੈਗੀ ਉਹਦੇ ਵਿੱਚ ਬਹੁਤ ਵੱਡੀ। ਇੱਕ ਕੁਦਰਤੀ ਜਿਹੜੀਆਂ ਸਾਨੂੰ ਕਈ ਵਾਰੀ ਸਮੱਸਿਆ ਆਉਂਦੀਆਂ, ਕੁਦਰਤੀ ਆਫਤਾਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਨਾ, ਬਰਫ਼ ਦਾ ਤੂਫਾਨ ਉਹਦੇ ਨਾਮ ਤੋਂ ਹੀ ਇਹ ਸਪਸ਼ਟ ਹੋ ਰਿਹਾ ਹੈ। ਸੋ ਮੁਰਦਿਆਂ ਦਾ ਠੇਕੇਦਾਰ ਸ਼ਾਇਦ ਮੈਂ ਸਮਝਦਾ ਬਈ ਇਹ ਆਪਣੀ ਹੀ ਕਿਸਮ ਦੀ ਕਹਾਣੀ ਆ। ਇਸ ਕਿਸਮ ਦੀ ਕਹਾਣੀ ਮੈਂ ਜਿੰਨੀਆਂ ਕਿਤਾਬਾਂ ਰਿਵਿਊ ਕਰ ਚੁੱਕਿਆ ਵਾਂ ਜਾਂ ਜਿਹੜੀਆਂ ਬਹੁਤ ਪੜ੍ਹੀਆਂ ਪਰ ਉਹਨਾਂ ਨੂੰ ਮੈਂ ਰਿਵਿਊ ਨਹੀਂ ਕੀਤਾ ਕਿਉਂਕਿ ਸ਼ਾਇਦ ਉਹ ਰਿਵਿਊ ਕਰਨ ਦੇ ਯੋਗ ਨਹੀਂ ਸਨ। ਉਹਨਾਂ ਦੇ ਵਿੱਚੋਂ ਵੀ ਤੇ ਚੰਗੀਆਂ ਕਿਤਾਬਾਂ ਦੇ ਵਿੱਚੋਂ ਵੀ ਜਾਂ ਹੁਣ ਤੱਕ ਜਿੰਨੀਆਂ ਕਹਾਣੀਆਂ ਪੜ੍ਹੀਆਂ, ਇੱਕ ਵੱਖਰੀ ਹੀ ਕਿਸਮ ਦੀ ਕਹਾਣੀ ਹੈ। ਔਰ ਮੁਰਦਿਆਂ ਦਾ ਠੇਕੇਦਾਰ ਉਹ ਸਭ ਤੋਂ ਛੋਟੀ ਕਹਾਣੀ ਵੀ ਕਿਤਾਬ ਦੇ ਵਿੱਚ ਇਹੀ ਹੈ। ਤਕਰੀਬਨ 11 ਕੁ ਪੰਨਿਆਂ ਦੀ ਇਹ ਕਹਾਣੀ ਹੈ। ਬਾਕੀ ਜਿਹੜੀਆਂ ਕਹਾਣੀਆਂ ਨਿਸ਼ਾਨਾ ਕਹਾਣੀ ਦੀ ਗੱਲ ਕਰਦੇ ਹਾਂ ਤਕਰੀਬਨ 20-22 ਸਫ਼ਿਆਂ ਦੀ ਹੈ। ਬਰਫ਼ ਦਾ ਤੂਫਾਨ ਵੀ 20 ਕੁ ਸਫ਼ਿਆਂ ਦੀ ਕਹਾਣੀ ਹੈਗੀ, 21 ਸਫ਼ਿਆਂ ਦੀ। ਔਰ ਸਟੇਸ਼ਨ ਮਾਸਟਰ ਵੀ ਤਕਰੀਬਨ 25 ਕੁ ਪੰਨਿਆਂ ਦੀ ਕਹਾਣੀ ਹੈ। ਔਰ ਸਿਰ ਬਾਂਕੀ ਬੀਬੀ ਜਿਹੜੀ ਹੈ ਉਹ ਵੀ 27 ਕੁ ਪੰਨਿਆਂ ਦੀ ਕਹਾਣੀ ਹੈ। ਕੁੱਲ 103 ਪੰਨਿਆਂ ਦੇ ਵਿੱਚ 5 ਕਹਾਣੀਆਂ ਸਮੂਹੀਆਂ ਹੋਈਆਂ ਨੇ। ਮੁਰਦਿਆਂ ਦਾ ਠੇਕੇਦਾਰ ਇੱਕ ਐਸੀ ਕਹਾਣੀ ਵੀ ਜਿਹੜੇ ਲੋਕ ਜਿੱਦਾਂ ਅਸੀਂ ਇੱਥੇ ਕਹਿ ਸਕਦੇ ਹਾਂ ਆਪਣੇ ਕਲਚਰ ਦੇ ਵਿੱਚ ਵੀ ਮੁਰਦੇ ਸਾੜਨ ਦਾ ਕੰਮ ਕਰਦੇ ਆ, ਪਰ ਕਿਉਂਕਿ ਉਸ ਕਲਚਰ ਦੀ ਕਹਾਣੀ ਆ ਰੂਸ ਦੀ ਜਿੱਥੇ ਕਿ ਮੁਰਦਿਆਂ ਨੂੰ ਦਫਨਾਇਆ ਜਾਂਦਾ ਹੈ। ਸੋ ਉਹ ਮੁਰਦੇ ਦਫਨਾਉਣ ਵਾਲੇ ਦੀ ਇੱਕ ਕਹਾਣੀ ਹੈ ਕਿ ਉਹ ਕਿੱਦਾਂ ਸੋਚਦਾ ਹੈ, ਉਹ ਆਪਣੇ ਕਿੱਤੇ ਦੇ ਬਾਰੇ ਕਿੱਦਾਂ ਸੋਚਦਾ ਹੈ, ਉਹ ਕਿੰਨਾ ਸੀਰੀਅਸ ਹੈ ਆਪਣੇ ਕਿੱਤੇ ਦੇ ਬਾਰੇ, ਇਮਾਨਦਾਰ ਵੀ ਆ ਤੇ ਬੜਾ ਰੋਮਾਂਚਕ ਕਹਾਣੀ ਹੈ। ਮੈਂ ਇਹਨੂੰ ਪ੍ਰੀਫੇਸ ਨਹੀਂ ਕਰਾਂਗਾ, ਇਹਨੂੰ ਮੈਂ ਉਹ ਮਾਫ ਕਰਨਾ, ਇਹਨੂੰ ਮੈਂ ਸਮਰੀ ਨਹੀਂ ਕਰਾਂਗਾ, ਪਰ ਬਾਕਮਾਲ ਹੈ। ਸਟੇਸ਼ਨ ਮਾਸਟਰ ਵੀ ਇੱਕ ਆਪਣੀ ਵੱਖਰੀ ਕਿਸਮ ਦੀ ਕਹਾਣੀ ਵੀ। ਸਟੇਸ਼ਨ ਮਾਸਟਰ ਦੀ ਜ਼ਿੰਦਗੀ ਔਰ ਉਹਦੀ ਜ਼ਿੰਦਗੀ ਦੇ ਵਿੱਚ ਆਈ ਸਮੱਸਿਆ ਜੋ ਉਹਦੀ ਬੇਟੀ ਦੇ ਨਾਲ ਵਾਪਰਦੀ ਹੈ ਉਹਨੂੰ ਬਹੁਤ ਦਿਲਕਸ਼ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਔਰ ਬਾਂਕੀ ਬੀਬੀ ਕਹਾਣੀ ਥੋੜੀ ਰੋਮਾਂਟਿਕ ਕਹਾਣੀ ਹੈ ਜਿਹਦੇ ਵਿੱਚ ਦੋ ਦੋਸਤ ਨੇ, ਬਾਅਦ ਵਿੱਚ ਉਹ ਦੁਸ਼ਮਣ ਨੇ, ਦੋਸਤ ਬਣਦੇ ਨੇ ਪਰ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਦੀ ਦੁਸ਼ਮਣੀ ਤੋਂ ਡਰਦੇ ਹੋਏ ਪਿਆਰ ਦਾ ਇਜ਼ਹਾਰ ਨਹੀਂ ਕਰਦੇ ਤੇ ਇੱਕ ਦੂਜੇ ਤੋਂ ਦੂਰ ਦੂਰ ਰਹਿਣ ਦੀ ਕੋਸ਼ਿਸ਼ ਕਰਦੇ। ਔਰ ਬੜਾ ਕੁਛ ਇੱਕ ਫਿਲਮੀ ਦ੍ਰਿਸ਼ ਦੀ ਤਰ੍ਹਾਂ ਇਹ ਕਹਾਣੀ ਚੱਲਦੀ ਹੈ ਤੇ ਬੜਾ ਸਕੂਨ ਮਿਲਦਾ ਹੈ। ਔਰ ਖਾਸ ਗੱਲ ਮੈਨੂੰ ਜੋ ਪੁਸ਼ਕਿਨ ਦੀਆਂ ਕਹਾਣੀਆਂ ਦੇ ਵਿੱਚ ਲੱਗੀ ਇਹ ਕਹਾਣੀਆਂ ਪੜ੍ਹਨ ਤੋਂ ਬਾਅਦ ਉਹ ਸੀ ਵੀ ਕਹਾਣੀ ਚੱਲਦੇ ਚੱਲਦੇ ਲੇਖਕ ਪਾਠਕਾਂ ਨੂੰ ਜਿਹੜਾ ਹੈ ਮੁਖਾਤਬ ਹੋ ਰਿਹਾ ਹੁੰਦਾ। ਇਹ ਇੱਕ ਵੱਖਰੀ ਚੀਜ਼ ਸੀ ਕਿਉਂਕਿ ਇੰਨੀਆਂ ਕਹਾਣੀਆਂ ਪੜ੍ਹੀਆਂ। ਹਾਂ, ਇਹਦਾ ਹੁੰਦਾ ਬਈ ਪਾਠਕਾਂ ਦੇ ਨਾਲ ਸ਼ੁਰੂ ਵਿੱਚ ਇੱਕ ਰਾਬਤਾ ਕਾਇਮ ਕਰ ਲਿਆ ਜਾਂਦਾ, ਪਰ ਇਹ ਨਹੀਂ ਹੁੰਦਾ ਬਈ ਕਿ ਚੱਲਦੀ ਹੋਈ ਕਹਾਣੀ ਦੇ ਵਿੱਚੋਂ ਤੁਰਦਿਆਂ ਪਾਠਕਾਂ ਨੂੰ ਦੱਸਿਆ ਜਾਵੇ ਵੀ ਅੱਗੋਂ ਇੱਦਾਂ ਹੋਊਗਾ ਜਾਂ ਅੱਗੋਂ ਇੱਦਾਂ ਨਹੀਂ ਹੋਊਗਾ, ਤੁਸੀਂ ਇਹਦੇ ਬਾਰੇ ਆਪੇ ਸੋਚ ਲਿਓ, ਆਪਾਂ ਅੱਗੇ ਚੱਲਦੇ ਹਾਂ। ਉਹਨਾਂ ਪਾਠਕ ਨੂੰ ਖਿੱਚ ਲੈਂਦਾ ਆ ਇਹ ਲੇਖਕ। ਔਰ ਮੈਂ ਇੰਨਾ ਕੁ ਪ੍ਰਭਾਵਿਤ ਹੋਇਆ ਕਿ ਨਿੱਜੀ ਤੌਰ ਤੇ ਵਿਕੀਪੀਡੀਆ ਤੇ ਜਾ ਕੇ ਪੁਸ਼ਕਿਨ ਦੇ ਬਾਰੇ ਇਨਫੋਰਮੇਸ਼ਨ ਲਈ ਤੇ ਪਤਾ ਲੱਗਾ ਵੀ ਇਹ ਛੋਟੀ ਉਮਰ ਦੇ ਵਿੱਚ ਵੱਡਾ ਨਾਮ ਕਮਾਉਣ ਵਾਲਾ। ਔਰ ਦੇਖੋ 200 ਸਾਲ ਪਹਿਲਾਂ ਲਿਖੀਆਂ ਹੋਈਆਂ ਲਿਖਤਾਂ ਅੱਜ ਅਸੀਂ 2023 ਦੇ ਵਿੱਚ 1837 ਦੇ ਵਿੱਚ ਉਹ ਪੂਰਾ ਹੁੰਦਾ ਹੈ, ਦੇਹਾਂਤ ਹੁੰਦਾ ਹੈ ਔਰ 2023 ਦੇ ਵਿੱਚ ਅਸੀਂ ਉਹਦੀ ਕਿਤਾਬ ਪੜ੍ਹ ਰਹੇ ਹਾਂ। ਸੋ ਲਿਟਰੇਚਰ ਦੀ ਉਮਰ ਕਿੰਨੀ ਹੈ? ਇਸ ਇੱਕ ਗੱਲ ਤਾਂ ਸਾਫ਼ ਹੁੰਦੀ ਹੈ ਵੀ ਸਾਹਿਤ ਜਿਹੜਾ ਸਾਹਿਤ ਦੀ ਉਮਰ ਮਨੁੱਖੀ ਉਮਰ ਤੋਂ ਵੀ ਲੰਮੇਰੀ ਹੁੰਦੀ ਹੈ ਤੇ ਫਿਰ ਕਿਉਂ ਨਹੀਂ ਅਸੀਂ ਸਾਹਿਤ ਨਾਲ ਜੁੜਦੇ? ਸਾਹਿਤ ਸਾਨੂੰ ਜੀਵਨ ਵੀ ਦਿੰਦਾ ਹੈ, ਸੋਚਣ ਸਮਝਣ ਦੇ ਤਰੀਕੇ ਸਾਨੂੰ ਦਿੰਦਾ ਹੈ, ਢੰਗ ਦਿੰਦਾ ਹੈ, ਨਜ਼ਰੀਆ ਸਾਡਾ ਬਦਲਦਾ ਹੈ ਸਮਾਜ ਪ੍ਰਤੀ, ਸਮਾਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਪ੍ਰਤੀ। ਪਰ ਤਾਂ ਜੇ ਅਸੀਂ ਸਾਹਿਤ ਨਾਲ ਜੁੜਦੇ ਹਾਂ। ਉਹਦੀ ਉਮਰ 38 ਸਾਲ ਸੀ ਲਿਖਣ ਵਾਲੇ ਦੀ ਕੁੱਲ, ਜਿਹੜੀ ਉਹ ਪਰਮਾਤਮਾ ਦੇ ਦਰ ਤੋਂ ਲਿਖਵਾ ਕੇ ਆਇਆ ਸੀ, ਪਰ ਉਹਦੀ ਲਿਖਤ ਦੀ ਉਮਰ ਅੱਜ 200 ਸਾਲ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਤੇ ਸ਼ਾਇਦ ਆਉਣ ਵਾਲੇ ਕਈ ਸਾਲਾਂ ਤੱਕ, ਕਿਉਂਕਿ ਇਹ ਕੇਵਲ ਪੰਜਾਬੀ ਦੇ ਵਿੱਚ ਨਹੀਂ ਹੋ ਸਕਦਾ, ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਇਹਦਾ ਲਿਟਰੇਚਰ, ਇਹਦਾ ਲਿਖਿਆ ਹੋਇਆ ਸਾਹਿਤ ਜਿਹੜਾ ਆ ਉਹ ਤਰਜਮਾ ਹੋਇਆ ਹੋਵੇਗਾ। ਸੋ ਇਹ ਨਿਸ਼ਚਿਤ ਹੈ, ਸੁਨਿਸ਼ਚਿਤ ਹੈ ਵੀ ਇੱਦਾਂ ਹੋਇਆ ਹੀ ਹੋਵੇਗਾ ਕਿਉਂਕਿ ਬੜਾ ਉਮਦਾ ਸਾਹਿਤ ਜਿਹੜਾ ਆ ਉਹ ਅਲੈਗਜ਼ੈਂਡਰ ਪੁਸ਼ਕਿਨ ਦੇ ਵੱਲੋਂ ਲਿਖਿਆ ਗਿਆ ਆ। ਸੋ ਇਹ ਸੀ ਜੀ ਅਲੈਗਜ਼ੈਂਡਰ ਪੁਸ਼ਕਿਨ ਦੇ ਦੁਆਰਾ ਲਿਖੀਆਂ ਹੋਈਆਂ 5 ਕਹਾਣੀਆਂ ਦੀ ਇੱਕ ਸੰਪਾਦਿਤ ਕਿਤਾਬ ਜੋ ਨਵਯੁਗ ਪਬਲਿਸ਼ਰਸ ਦਿੱਲੀ ਨੇ ਛਾਪੀ ਹੈ। ਉਮੀਦ ਕਰਦਾ ਹਾਂ ਇਸ ਕਿਤਾਬ ਦੇ ਬਾਰੇ ਦਿੱਤੀ ਗਈ ਸੰਖੇਪ ਸਮੀਖਿਆ ਜਾਂ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਕਹਾਣੀਆਂ
ਪੰਜੇ ਬਾਕਮਾਲ ਹੈਗੀਆਂ ਨੇ। ਮੈਂ ਚੰਗੀ ਤਰ੍ਹਾਂ ਕਹਾਣੀਆਂ ਰੱਟੀਆਂ ਹੋਈਆਂ ਨੇ। ਉਹ ਮੈਨੂੰ ਹੈਗਾ ਮੈਨੂੰ ਕੋਈ ਮਿਲੇ ਤੇ ਮੈਂ ਉਹਨੂੰ ਕਹਾਣੀ ਸੁਣਾਵਾਂ, ਕਿਉਂਕਿ ਕਹਾਣੀ ਸੁਣਾਉਣ ਦਾ ਵੀ ਇੱਕ ਆਪਣਾ ਆਨੰਦ ਹੈ ਔਰ ਕਹਾਣੀ ਸੁਣਨ ਦਾ ਵੀ ਇੱਕ ਆਪਣਾ ਆਨੰਦ ਹੈ ਤੇ ਕਹਾਣੀ ਪੜ੍ਹਨ ਦਾ ਉਹ ਇੱਕ ਆਪਣਾ ਹੀ ਆਨੰਦ ਹੈ ਤੇ ਕਹਾਣੀ ਜਿਉਣ ਦਾ ਇੱਕ ਆਪਣਾ ਹੀ ਆਨੰਦ ਹੈ ਤੇ ਜੀਵੀ ਹੋਈ ਕਹਾਣੀ ਨੂੰ ਲਿਖਣ ਦਾ ਇੱਕ ਆਪਣਾ ਹੀ ਆਨੰਦ ਹੈ। ਸੋ ਸਾਹਿਤ ਇੱਕ ਆਨੰਦ ਹੈ ਤੇ ਆਨੰਦ ਦੇ ਵਿੱਚੋਂ ਆਨੰਦ ਹੀ ਉਪਜਦਾ ਆ। ਸੋ ਚੰਗੇ ਸਾਹਿਤ ਦੇ ਨਾਲ ਜੁੜੀਏ, ਚੰਗੀਆਂ ਕਿਤਾਬਾਂ ਪੜ੍ਹੀਏ, ਜ਼ਿੰਦਗੀ ਪ੍ਰਤੀ, ਦੁਨੀਆ ਪ੍ਰਤੀ, ਸਮਾਜ ਪ੍ਰਤੀ ਆਪਣਾ ਨਜ਼ਰੀਆ ਬਦਲੀਏ। ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਵੱਖਰੇ ਕਿਸਮ ਦੀ ਕਿਤਾਬ ਦੇ ਨਾਲ, ਇੱਕ ਹੋਰ ਲੇਖਕ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।